खुदावंद यसु मसीह दे सोहणे उच्चे कद्दूस अते बरहक नां विच तुहानू सबना वेखण वालियां नू अते सुनन वालियां नू तारिक चौधरी वल्लों ढेरां ढेर सलामां होण। भैणों ते भराओ, इस तो पहलों भई असी अज दी गलबात दा मुੱਢ बनीए ਅਤੇ ਅੱਜ ਦੀ ਤਮਸੀਲ ਦੇ ਸਹਾਰੇ ਅੱਜ ਦੇ ਮੌਜੂ ਨੂੰ ਲੈ ਕੇ ਅਗਾਂਹ ਟੁਰੀਏ। ਲੋੜ ਇਸ ਗੱਲ ਦੀ ਹੈ ਵੀ ਅਸੀਂ ਆਪਣਿਆਂ ਸਿਰਾਂ ਨੂੰ ਆਪਣੇ ਆਸਮਾਨੀ ਬਾਪ ਦੇ ਅਜ਼ੀਮੋ ਸ਼ਾਨ ਤਖਤ ਦੇ ਸਾਹਮਣੇ ਨੀਵਿਆਂ ਕਰੀਏ ਅਤੇ ਆਪਣੀਆਂ ਝੋਲੀਆਂ ਨੂੰ ਖਿਲਾਰੀਏ ਅਤੇ ਉਹਦੇ ਕੋਲੋਂ ਆਸਮਾਨੀ हिकमत ਦੀ खैर ਮੰਗੀਏ, आसमानी दानाई ਦੀ खैर ਮੰਗੀਏ ਅਤੇ आसमानी फहम ਦੀ खैर ਮੰਗੀਏ, ਤਾਂ ਜੋ ਅਸੀਂ ਉਹਦੇ ਸੋਹਣੇ ਉੱਚੇ ਸੁੱਚੇ ਅਤੇ ਸੱਚੇ ਕਲਾਮ ਨੂੰ ਸਮਝਣ ਦੇ ਅਤੇ ਫਿਰ ਉਹਦੇ ਉੱਤੇ ਕਾਰਬੰਦ ਹੋਣ ਦੇ ਲਾਇਕ ਬਣ ਸਕੀਏ ਅਤੇ ਆਪਣੀ ਹਯਾਤੀ ਦੀਆਂ ਸਭਨਾ ਰਾਹਾਂ ਨੂੰ ਉਹਦੇ ਕਲਾਮ ਦੀਆਂ ਲੋਵਾਂ ਨਾਲ ਭਰ ਲਵੀਏ, ਉਹਦੇ ਕਲਾਮ ਦੀਆਂ ਰੌਸ਼ਨੀਆਂ ਨਾਲ ਭਰ ਲਵੀਏ, ਉਹਦੇ ਕਲਾਮ ਦੀਆਂ ਉਜਾਲਿਆਂ ਨਾਲ ਭਰ ਲਵੀਏ ਅਤੇ ਉਹਦੇ ਕਲਾਮ ਦੀਆਂ ਤਜੱਲੀਆਂ ਨਾਲ ਭਰ ਲਵੀਏ, ਤਾਂ ਜੋ ਕਿਸੇ ਮੋੜ ਉੱਤੇ ਸਗੋਂ ਕਿਸੇ ਕਦਮ ਉੱਤੇ ਸਾਨੂੰ ਠੇਡਾ ਨਾ ਲੱਗੇ, ਸਾਨੂੰ ਠੋਕਰ ਨਾ ਲੱਗੇ, ਸਾਥੋਂ ਭੁੱਲ ਨਾ ਹੋਵੇ ਅਤੇ ਸਾਥੋਂ ਗਲਤੀ ਨਾ ਹੋਵੇ। ਆਓ ਦੁਆ ਮੰਗੀਏ। ਖੁਦਾਵੰਦ ਯਿਸੂ ਮਸੀਹ ਦੇ ਸੋਹਣੇ ਉੱਚੇ ਕਦੂਸ ਅਤੇ ਬਰਹਕ ਨਾਂ ਦੇ ਵਸੀਲੇ ਨਾਲ ਸਾਡੇ ਅਜ਼ਲੀ ਅਤੇ ਆਸਮਾਨੀ ਬਾਪ, ਸਾਡੇ ਪਾਕੀਜ਼ਾ ਅਤੇ ਪਵਿੱਤਰ ਬਾਪ ਅਤੇ ਸਾਡੇ ਵਫਾਦਾਰ ਅਤੇ ਬਜ਼ੁਰਗ ਬਾਪ, ਅਸੀਂ ਦਿਲ ਦੀਆਂ ਡੂੰਘਾਈਆਂ ਤੋਂ ਤੇਰੇ ਉੱਚੇ ਅਤੇ ਸੁੱਚੇ ਨਾਂ ਨੂੰ, ਤੇਰੇ ਕਦੂਸ ਅਤੇ ਬਰਹਕ ਨਾਂ ਨੂੰ ਅਤੇ ਤੇਰੇ ਪਾਕੀਜ਼ਾ ਅਤੇ ਪਵਿੱਤਰ ਨਾਂ ਨੂੰ ਮੁਬਾਰਕ ਆਖਦੇ ਹਾਂ। ਭਈ ਤੂੰ ਆਪਣੇ ਵੱਡੇ ਫਜ਼ਲ ਦੇ ਨਾਲ, ਤੂੰ ਆਪਣੇ ਵੱਡੇ ਕਰਮ ਦੇ ਨਾਲ, ਤੂੰ ਆਪਣੀ ਵੱਡੀ ਸ਼ਫਕਤ ਦੇ ਨਾਲ, ਤੂੰ ਆਪਣੀ ਵੱਡੀ ਰਹਿਮਤ ਦੇ ਨਾਲ, ਤੂੰ ਆਪਣੀ ਵੱਡੀ ਕਿਰਪਾ ਦੇ ਨਾਲ ਅਤੇ ਤੂੰ ਆਪਣੀ ਵੱਡੀ ਦਇਆ ਦੇ ਨਾਲ ਸਾਨੂੰ ਅੱਜ ਦੇ ਦਿਹਾੜੇ ਤੀਕ ਜ਼ਿੰਦਿਆਂ ਦੀ ਜ਼ਮੀਨ ਉੱਤੇ ਰਹਿਣ ਦਾ ਹੱਕ ਦਿੱਤਾ, ਇਸਤਹਿਕਾਕ ਦਿੱਤਾ, ਸ਼ਰਫ ਦਿੱਤਾ ਅਤੇ ਐਜ਼ਾਜ਼ ਦਿੱਤਾ। ਅਤੇ ਨਾਲੇ ਅਸੀਂ ਤੇਰੀ ਪਾਕੀਜ਼ਾ ਅਤੇ ਪਵਿੱਤਰ ਜ਼ਾਤ ਦਾ ਲੱਖਾਂ ਵਾਰੀ ਸ਼ੁਕਰ ਅਦਾ ਕਰਦੇ ਹਾਂ ਅੱਜ ਦੇ ਸੋਹਣੇ ਵੇਲੇ ਵਾਸਤੇ ਜਿਹੜਾ ਸਾਨੂੰ ਤੂੰ ਆਪਣੀ ਪਾਕ ਜਨਾਬ ਵਿੱਚੋਂ ਅਤਾ ਕੀਤਾ, ਤਾਂ ਜੋ ਅਸੀਂ ਇੱਕ ਵਾਰੀ ਫੇਰ ਤੇਰੇ ਕਲਾਮ ਦੇ ਪੈਮਾਨੇ ਦੇ ਮੁਤਾਬਕ, ਤੇਰੇ ਕਲਾਮ ਦੀ ਕਸਵੱਟੀ ਦੇ ਮੁਤਾਬਕ, ਤੇਰੇ ਕਲਾਮ ਦੇ ਫੀਤੇ ਦੇ ਮੁਤਾਬਕ, ਤੇਰੇ ਕਲਾਮ ਦੇ ਗਜ਼ ਦੇ ਮੁਤਾਬਕ, ਤੇਰੇ ਕਲਾਮ ਦੀ ਤਕੜੀ ਦੇ ਮੁਤਾਬਕ, ਤੇਰੇ ਕਲਾਮ ਦੇ ਤਰਾਜ਼ੂ ਦੇ ਮੁਤਾਬਕ ਅਤੇ ਤੇਰੇ ਕਲਾਮ ਦੀ ਸਾਲ ਦੇ ਮੁਤਾਬਕ ਆਪਣਿਆਂ ਸਭਨਾ ਕੰਮਾਂ ਕਾਰਾਂ ਨੂੰ, ਆਪਣੀਆਂ ਸਭਨਾ ਕਾਰਗੁਜ਼ਾਰੀਆਂ ਨੂੰ ਅਤੇ ਆਪਣੀਆਂ ਸਭਨਾ ਸਰਗਰਮੀਆਂ ਨੂੰ ਨਾਪ ਤੋਲ ਸਕੀਏ ਅਤੇ ਤੇਰੇ ਕਲਾਮ ਦੀਆਂ ਲੋਵਾਂ ਵਿੱਚ, ਤੇਰੇ ਕਲਾਮ ਦੀਆਂ ਰੌਸ਼ਨੀਆਂ ਵਿੱਚ, ਤੇਰੇ ਕਲਾਮ ਦੀਆਂ ਉਜਾਲਿਆਂ ਵਿੱਚ ਅਤੇ ਤੇਰੇ ਕਲਾਮ ਦੀਆਂ ਤਜੱਲੀਆਂ ਵਿੱਚ ਆਪਣੀ ਹਯਾਤੀ ਦੀ ਇੱਕ ਇੱਕ ਟੇੜ ਮੇੜ ਨੂੰ ਅਤੇ ਆਪਣੀ ਹਯਾਤੀ ਦੇ ਇੱਕ ਇੱਕ ਡਿੰਗ ਪੁੜਿੰਗ ਨੂੰ
ਸਿੱਧੀਆਂ ਕਰਨ ਦੇ ਲਾਇਕ ਬਣ ਜਾਵੀਏ, ਤਾਂ ਜੋ ਆਖਿਰਕਾਰ ਤੇਰੇ ਸੋਹਣੇ ਪੁੱਤਰ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਸੋਹਣੀ ਕਚਹਿਰੀ ਵਿੱਚੋਂ ਸਾਨੂੰ ਦਤਕਾਰਿਆ ਨਾ ਜਾਵੇ, ਸਗੋਂ ਅਸੀਂ ਹਮੇਸ਼ਾ ਦੀ ਹਯਾਤੀ ਦਾ ਤਾਜ ਹਾਸਲ ਕਰਨ ਦੇ ਲਾਇਕ ਠਹਿਰ ਸਕੀਏ। ਇਹ ਦੁਆ ਖੁਦਾਵੰਦ ਯਿਸੂ ਮਸੀਹ ਦੇ ਉੱਚੇ, ਸੁੱਚੇ, ਸੱਚੇ ਅਤੇ ਕਦੂਸ ਨਾਂ ਦੇ ਵਸੀਲੇ ਵਿੱਚ ਮੰਗਦੇ ਹਾਂ। ਸੁਣ ਅਤੇ ਬਖਸ਼ ਦੇ। ਆਮੀਨ। ਭੈਣੋ ਅਤੇ ਭਰਾਓ, ਮਾਮੋ ਅਤੇ ਧੀਓ, ਬਜ਼ੁਰਗੋ ਅਤੇ ਬੱਚਿਓ ਅਤੇ ਬੇਲੀਓ ਅਤੇ ਸੰਗੀਓ, ਇਹ ਗੱਲ ਕਿਸੇ ਵੀ ਕਿਸਮ ਦੇ ਸ਼ੱਕ ਅਤੇ ਸ਼ੁਬੇ ਤੋਂ ਢੇਰ ਉੱਚੀ ਏ, ਯਾਨੀ 16 ਆਨੇ ਸੱਚੀ ਅਤੇ ਹੱਕੀ ਏ। ਭਈ ਖਾਮੰਦ ਅਤੇ ਬੀਵੀ ਦਾ ਦਰਮਿਆਨੀ ਰਿਸ਼ਤਾ ਸਾਡੇ ਇਨਸਾਨੀ ਸਮਾਜ ਦੇ ਢਾਂਚੇ ਦੀ ਬੁਨਿਆਦ ਏ। ਸਾਡੇ ਇਨਸਾਨੀ ਸਮਾਜ ਦੇ ਢਾਂਚੇ ਦਾ ਮੁੱਢ ਏ। ਸਾਡੇ ਇਨਸਾਨੀ ਸਮਾਜ ਦੇ ਢਾਂਚੇ ਦੀ ਨੀਂਹ ਏ, ਯਾਨੀ ਇਨਸਾਨੀ ਸਮਾਜ ਦੇ ਬਾਕੀ ਸਭਨਾ ਰਿਸ਼ਤਿਆਂ ਦੀ ਇਮਾਰਤ ਇਸ ਬੁਨਿਆਦ ਉੱਤੇ ਖਲੋਤੀ ਹੋਈ ਏ, ਇਸ ਮੁੱਢ ਉੱਤੇ ਖਲੋਤੀ ਹੋਈ ਏ, ਇਸ ਨੀਂਹ ਉੱਤੇ ਖਲੋਤੀ ਹੋਈ ਏ। ਅਤੇ ਸਿੱਧੀ ਗੱਲ ਏ, ਭਈ ਜੇ ਕਿਸੇ ਇਮਾਰਤ ਦੀ ਬੁਨਿਆਦ, ਜੇ ਕਿਸੇ ਇਮਾਰਤ ਦਾ ਮੁੱਢ, ਜੇ ਕਿਸੇ ਇਮਾਰਤ ਦੀ ਨੀਂਹ ਖੋਖਲੀ ਹੋਵੇ, ਕੱਚੀ ਹੋਵੇ ਜਾਂ ਪਿੱਲੀ ਹੋਵੇ, ਤਾਂ ਉਸ ਇਮਾਰਤ ਦੇ ਦੂਜਿਆਂ ਹਿੱਸਿਆਂ ਵਿੱਚ ਆਪਣੇ ਆਪ ਦਰਾੜਾਂ ਪੈ ਜਾਂਦੀਆਂ ਨੇ, ਆਪਣੇ ਆਪ ਤਰੇੜਾਂ ਪੈ ਜਾਂਦੀਆਂ ਨੇ ਅਤੇ ਆਪਣੇ ਆਪ ਡਿੰਗ ਪੁੜਿੰਗ ਪੈ ਜਾਂਦੇ ਨੇ। ਸਗੋਂ ਇਹ ਗੱਲ ਵੀ ਮੁਮਕਿਨ ਹੈ ਭਈ ਸਾਰੀ ਦੀ ਸਾਰੀ ਇਮਾਰਤ ਜ਼ਮੀਨ ਉੱਤੇ ਆਣ ਡਿੱਗੇ। ਇਹੋ ਸਬਬ ਸੀ ਭਈ ਇਸ ਕਾਇਨਾਤ ਦੇ ਤਖਲੀਕਕਾਰ ਨੇ ਜਦੋਂ ਆਦਮ ਦੇ ਅਕਲਾਪੇ ਦਾ ਇਲਾਜ ਕਰਦਿਆਂ ਹੋਇਆਂ, ਜਦੋਂ ਆਦਮ ਦੀ ਤਨਹਾਈ ਦਾ ਇਲਾਜ ਕਰਦਿਆਂ ਹੋਇਆਂ ਅਤੇ ਜਦੋਂ ਆਦਮ ਦੀ ਉਦਾਸੀ ਦਾ ਇਲਾਜ ਕਰਦਿਆਂ ਹੋਇਆਂ ਉਹਦੇ ਉੱਤੇ ਇੱਕ ਗਹਿਰੀ ਨੀਂਦਰ ਘੱਲੀ ਅਤੇ ਉਹਦੀਆਂ ਪਸਲੀਆਂ ਵਿੱਚੋਂ ਇੱਕ ਪਸਲੀ ਕੱਢ ਕੇ ਉਸ ਪਸਲੀ ਦੀ ਇੱਕ ਔਰਤ ਬਣਾਈ ਅਤੇ ਉਸ ਔਰਤ ਦਾ ਨਾਂ ਹਵਾ ਰੱਖਿਆ ਅਤੇ ਉਹਨੂੰ ਮਦਦਗਾਰ ਦੀ ਹੈਸੀਅਤ ਨਾਲ ਆਦਮ ਦੇ ਹਵਾਲੇ ਕੀਤਾ। ਅਤੇ ਉਸ ਕਦੂਸ ਅਤੇ ਬਰਹਕ ਨੇ ਉਸੇ ਵੇਲੇ ਹੀ ਮਰਦ ਅਤੇ ਔਰਤ ਦੇ ਦਰਮਿਆਨੀ ਰਿਸ਼ਤੇ ਦੀ ਅਹਿਮੀਅਤ ਦੀ ਵੰਡ ਕਰਦਿਆਂ ਹੋਇਆਂ, ਵੇਰਵਾ ਕਰਦਿਆਂ ਹੋਇਆਂ ਅਤੇ ਨਖੇੜਾ ਕਰਦਿਆਂ ਹੋਇਆਂ ਇੱਕ ਬੁਨਿਆਦੀ ਅਤੇ ਮੁੱਢਲਾ ਅਸੂਲ ਵਜ਼ਾ ਕੀਤਾ, ਇੱਕ ਬੁਨਿਆਦੀ ਅਤੇ ਮੁੱਢਲਾ ਕਾਨੂੰਨ ਵਜ਼ਾ ਕੀਤਾ, ਜਿਹੜਾ ਪੈਦਾਇਸ਼ ਦੀ ਕਿਤਾਬ ਦੇ ਦੂਜੇ ਬਾਬ ਦੀ 24ਵੀਂ ਆਇਤ ਵਿੱਚ ਲਿਖਿਆ ਹੋਇਆ ਹੈ। ਉਸ ਕਦੂਸ ਅਤੇ ਬਰਹਕ ਨੇ ਆਖਿਆ, ਇਸ ਵਾਸਤੇ ਮਰਦ ਆਪਣੇ ਮਾਂ ਪਿਓ ਤੋਂ ਵੱਖਰਾ ਹੋਵੇਗਾ ਅਤੇ ਆਪਣੀ ਬੀਵੀ ਦੇ ਨਾਲ ਰਹੇਗਾ ਅਤੇ ਉਹ ਇੱਕ ਬਦਨ ਹੋਣਗੇ। ਭੈਣੋ ਤੇ ਭਰਾਓ, ਬਦਕਿਸਮਤੀ ਨਾਲ ਸਾਡੇ ਇਸ ਮਰਦ ਪ੍ਰਸਤ ਸਮਾਜ ਵਿੱਚ ਔਰਤ ਨੂੰ ਬਤੌਰ ਬੀਵੀ ਇਹੋ ਜਿਹੇ ਹਾਲਾਤ ਵੇਖਣੇ ਪੈਂਦੇ ਨੇ ਜਿਹੜੇ ਕੰਨਾਂ ਕੋਲੋਂ ਸੁਣੇ ਨਹੀਂ ਜਾਂਦੇ ਅਤੇ ਜਿਹੜੇ ਅੱਖਾਂ ਕੋਲੋਂ ਵੇਖੇ ਨਹੀਂ ਜਾਂਦੇ। ਮਰਦਾਂ ਦੇ ਇਸ ਮੁਆਸ਼ਰੇ ਵਿੱਚ ਮਰਦ ਬਤੌਰ ਖਾਮਦ ਆਪਣੀ ਬੀਵੀ ਦੀ ਬੇਇੱਜ਼ਤੀ ਕਰਨਾ, ਆਪਣੀ ਬੀਵੀ ਦੀ ਲਾਫਾ ਕਰਨਾ, ਆਪਣੀ ਬੀਵੀ ਦੀ ਝਾੜ ਝੰਬ ਕਰਨਾ
ਅਤੇ ਆਪਣੀ ਬੀਵੀ ਨੂੰ ਧੌਲ ਧੱਫਾ ਕਰਨਾ ਆਪਣਾ ਸਭ ਤੋਂ ਵੱਡਾ ਹੱਕ ਸਮਝਦਾ ਏ। ਇਹ ਤਾਂ ਨਿੱਕੀ ਜਿਹੀ ਗੱਲ ਏ। ਇਸ ਮਰਦ ਪ੍ਰਸਤ ਸਮਾਜ ਨੇ ਤਾਂ ਬੀਵੀ ਨੂੰ ਪੈਰਾਂ ਦੀ ਜੁੱਤੀ ਨਾਲ ਤਸ਼ਬੀਹ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਸਗੋਂ ਆਖਿਆ ਗਿਆ ਭਈ ਬੀਵੀ ਪੈਰਾਂ ਦੀ ਜੁੱਤੀ ਵਰਗੀ ਹੁੰਦੀ ਏ। ਜਿਹੜੀ ਪੈਰੀ ਪੂਰੀ ਆਈ ਤਾਂ ਸੋਹਣੀ ਗੱਲ ਏ, ਜੇ ਪੈਰੀ ਪੂਰੀ ਨਾ ਆਵੇ ਤਾਂ ਉਹਨੂੰ ਪੈਰੋਂ ਲਾ ਕੇ ਸੁੱਟ ਦੇਵੋ ਅਤੇ ਹੋਰ ਜੁੱਤੀ ਫੜ ਕੇ ਆਪਣੀ ਪੈਰੀ ਪਾ ਲਵੋ। ਹੋਰ ਤਾਂ ਹੋਰ, ਤਾਰੀਖ ਨੇ ਤਾਂ ਇਥੋਂ ਤੀਕ ਵੀ ਦੱਸਿਆ ਏ ਭਈ ਜਦੋਂ ਕਿਸੇ ਬੀਵੀ ਦਾ ਖਾਮਦ ਮਰ ਜਾਂਦਾ ਸੀ ਤਾਂ ਉਸ ਬੀਵੀ ਨੂੰ ਜਿਉਂਦੀ ਜਾਨੇ ਹੱਥ ਪੈਰ ਬੰਨ ਕੇ ਉਹਦੇ ਮਰੇ ਹੋਏ ਖਾਮਦ ਦੇ ਨਾਲ ਅੱਗ ਵਿੱਚ ਸੁੱਟ ਕੇ ਸਾੜ ਕੇ ਸਵਾਹ ਕਰ ਦਿੱਤਾ ਜਾਂਦਾ ਸੀ। ਕਿਉਂ ਜੇ ਸਮਝਿਆ ਇੰਜ ਜਾਂਦਾ ਸੀ ਭਈ ਜਿਹੜੀ ਬੀਵੀ ਦਾ ਖਾਮਦ ਮਰ ਗਿਆ ਏ ਉਹਨੂੰ ਇਸ ਧਰਤੀ ਉੱਤੇ ਹੋਰ ਜੀਣ ਦਾ ਹੱਕ ਨਹੀਂ ਹੋਣਾ ਚਾਹੀਦਾ। ਨਹੀਂ ਭਾਈ, ਸਾਡੇ ਆਸਮਾਨੀ ਬਾਪ ਦੀ, ਬਾਈਬਲ ਦੇ ਜ਼ਿੰਦਾ ਖੁਦਾ ਦੀ, ਬਾਈਬਲ ਦੇ ਹਕੀਕੀ ਖੁਦਾ ਦੀ, ਬਾਈਬਲ ਦੇ ਹਤਮੀ ਖੁਦਾ ਦੀ, ਬਾਈਬਲ ਦੇ ਲਾ ਤਬਦੀਲ ਖੁਦਾ ਦੀ ਅਤੇ ਬਾਈਬਲ ਦੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੇ ਖੁਦਾ ਦੀ ਹਰ ਇੱਕ ਰਾਸਤਬਾਜ਼ ਅਤੇ ਈਮਾਨਦਾਰ ਖਾਮਦ ਬਾਰੇ ਇੱਕ ਅਚੇਚੀ ਮਰਜ਼ੀ ਏ ਅਤੇ ਉਹ ਮਰਜ਼ੀ ਇਹ ਵੇ ਭਈ ਉਹ ਆਪਣੀ ਬੀਵੀ ਨੂੰ ਆਪਣੇ ਆਸਮਾਨੀ ਬਾਪ ਦੇ ਕਾਨੂੰਨ ਅਤੇ ਅਸੂਲ ਦੇ ਮੁਤਾਬਿਕ ਆਪਣੀ ਜ਼ਾਤ ਸਮਝੇ, ਆਪਣਾ ਜਿਸਮ ਸਮਝੇ, ਆਪਣਾ ਬਦਨ ਸਮਝੇ। ਕਿਉਂ ਜੇ ਜਦੋਂ ਉਸ ਕਦੂਸ ਅਤੇ ਬਰਹਕ ਨੇ ਹਵਾ ਨੂੰ ਆਦਮ ਦੇ ਬਦਨ ਵਿੱਚੋਂ ਕੱਢਿਆ ਤਾਂ ਆਖਿਆ ਇਹ ਦੋਵੇਂ ਇੱਕ ਬਦਨ ਹੋਣਗੇ ਅਤੇ ਮਰਦ ਆਪਣੇ ਮਾਂ ਪਿਓ ਤੋਂ ਵੱਖਰਾ ਹੋ ਕੇ ਆਪਣੀ ਬੀਵੀ ਨਾਲ ਰਵੇਗਾ। ਹੁਣ ਇੱਥੇ ਇਸ ਗੱਲ ਦੀ ਵੀ ਵੰਡ ਕਰਦਾ ਜਾਵਾਂ ਭਈ ਜਦੋਂ ਮਰਦ ਨੂੰ ਆਪਣੇ ਮਾਂ ਪਿਓ ਤੋਂ ਵੱਖ ਹੋ ਕੇ ਬੀਵੀ ਦੇ ਨਾਲ ਰਹਿਣ ਵਾਸਤੇ ਹੁਕਮ ਦਿੱਤਾ ਗਿਆ ਹੈ ਤਾਂ ਇਹਦਾ ਮਤਲਬ ਇਹ ਹਰਗਜ਼ ਨਹੀਂ ਭਈ ਇੱਕ ਰਾਸਤਬਾਜ਼ ਅਤੇ ਈਮਾਨਦਾਰ ਮਰਦ ਆਪਣੇ ਮਾਂ ਪਿਓ ਦੀ ਇੱਜ਼ਤ ਅਤੇ ਆਪਣੇ ਮਾਂ ਪਿਓ ਦੇ ਇਹਤਰਾਮ ਤੋਂ ਉੱਕਾ ਪੁੱਕਾ ਦਸਤਬਰਦਾਰ ਹੋ ਗਿਆ ਹੈ। ਨਹੀਂ ਭਾਈ, ਮਾਂ ਪਿਓ ਦੇ ਹਕੂਕ ਆਪਣੇ ਥਾਂ ਉਸੇ ਤਰੀਕੇ ਨਾਲ ਖਲੋਤੇ ਨੇ। ਰਹੀ ਗੱਲ ਬੀਵੀ ਅਤੇ ਖਾਮਨ ਦੀ, ਯਾਦ ਰਵੇ ਬਾਈਬਲ ਦੇ ਜ਼ਿੰਦਾ ਹਕੀਕੀ ਹਤਮੀ ਲਾ ਤਬਦੀਲ ਅਤੇ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲੇ ਖੁਦਾ ਦੀ ਇਹ ਮਰਜ਼ੀ ਹੈ ਭਈ ਰਾਸਤਬਾਜ਼ ਖਾਮੰਦ ਆਪਣੀ ਬੀਵੀ ਨੂੰ ਆਪਣਾ ਬਦਨ ਸਮਝੇ, ਨਹੀਂ ਤਾਂ ਦੂਜੀ ਸੂਰਤ ਵਿੱਚ ਉਹ ਆਪਣੇ ਹਕੀਕੀ ਖਾਲਕ ਹੱਥੋਂ ਸਜ਼ਾ ਪਾਵੇਗਾ। ਬਾਈਬਲ ਮੁਕੱਦਸ ਸਾਨੂੰ ਬੜੀ ਵੰਡ ਨਾਲ ਦੱਸਦੀ ਏ, ਬੜੇ ਵੇਰਵੇ ਨਾਲ ਦੱਸਦੀ ਏ, ਬੜੀ ਤਫਸੀਲ ਨਾਲ ਦੱਸਦੀ ਏ ਅਤੇ ਬੜੇ ਨਖੇੜੇ ਨਾਲ ਦੱਸਦੀ ਏ ਭਈ ਕਾਦਰੇ ਮੁਤਲਕ ਨੇ ਬਾਈਬਲ ਮੁਕੱਦਸ ਵਿੱਚ ਬਾਰ-ਬਾਰ ਇਸ ਗੱਲ ਦੀ ਪੱਕੀ ਕੀਤੀ ਏ ਭਈ ਖਬਰਦਾਰ ਤੁਹਾਡੇ ਵਿੱਚੋਂ ਕੋਈ ਆਪਣੀ ਬੀਵੀ ਨਾਲ ਬੇਵਫਾਈ ਨਾ ਕਰੇ, ਕੋਈ ਆਪਣੀ ਬੀਵੀ ਉੱਤੇ ਜ਼ੁਲਮ ਨਾ ਕਰੇ, ਕੋਈ ਆਪਣੀ ਬੀਵੀ ਉੱਤੇ ਤਸ਼ੱਦਦ ਨਾ ਕਰੇ, ਕੋਈ ਆਪਣੀ ਬੀਵੀ ਦੀ ਬੇਇੱਜ਼ਤੀ ਨਾ ਕਰੇ, ਕੋਈ ਆਪਣੀ ਬੀਵੀ ਦੀ ਲਾਫਾ ਨਾ ਕਰੇ, ਕੋਈ ਆਪਣੀ ਬੀਵੀ ਦੀ ਝਾੜ ਝੰਬ ਨਾ ਕਰੇ ਅਤੇ ਕੋਈ ਆਪਣੀ ਬੀਵੀ ਨੂੰ ਧੌਲ ਧੱਫਾ ਨਾ ਕਰੇ। ਮਲਾਕੀ ਨਬੀ ਦੀ ਕਿਤਾਬ ਦੇ ਦੂਜੇ ਬਾਬ ਦੀ 19ਵੀਂ ਆਇਤ ਵਿੱਚ ਉਸ ਕਦੂਸ ਅਤੇ ਬਰਹਕ ਨੇ ਨੰਗੇ ਚਿੱਟੇ ਅੱਖਰਾਂ ਵਿੱਚ ਫਰਮਾਇਆ, ਕਿਉਂ ਜੇ ਖੁਦਾਵੰਦ ਇਸਰਾਈਲ ਦਾ ਖੁਦਾ
ਫਰਮਾਉਂਦਾ ਏ ਭਈ ਮੈਂ ਤਲਾਕ ਤੋਂ ਡਾਢਾ ਆਵਾਜ਼ਾਰ ਹਾਂ ਅਤੇ ਉਸ ਬੰਦੇ ਤੋਂ ਵੀ ਜਿਹੜਾ ਆਪਣੀ ਬੀਵੀ ਉੱਤੇ ਜ਼ੁਲਮ ਕਰਦਾ ਏ। ਫੌਜਾਂ ਦਾ ਰੱਬ ਫਰਮਾਉਂਦਾ ਏ ਇਸ ਲਈ ਤੁਸੀਂ ਆਪਣੇ ਆਪਣੇ ਨਫਸ ਤੋਂ ਖਬਰਦਾਰ ਰਹੋ ਤਾਂ ਜੋ ਆਪਣੀ ਆਪਣੀ ਬੀਵੀ ਨਾਲ ਬੇਵਫਾਈ ਨਾ ਕਰੋ। ਭੈਣੋ ਤੇ ਭਰਾਓ, ਬਾਈਬਲ ਦਾ ਜ਼ਿੰਦਾ ਖੁਦਾ, ਬਾਈਬਲ ਦਾ ਹਕੀਕੀ ਖੁਦਾ, ਬਾਈਬਲ ਦਾ ਹਤਮੀ ਖੁਦਾ, ਬਾਈਬਲ ਦਾ ਲਾ ਤਬਦੀਲ ਖੁਦਾ ਅਤੇ ਬਾਈਬਲ ਦਾ ਹਮੇਸ਼ਾ ਹਮੇਸ਼ਾ ਤੀਕ ਕਾਇਮ ਅਤੇ ਦਾਇਮ ਰਹਿਣ ਵਾਲਾ ਖੁਦਾ ਕਦੀ ਪਸੰਦ ਨਹੀਂ ਕਰਦਾ ਭਈ ਕੋਈ ਖਾਮਦ ਆਪਣੀ ਬੀਵੀ ਨਾਲ ਬੇਵਫਾਈ ਕਰੇ, ਕੋਈ ਖਾਮਦ ਆਪਣੀ ਬੀਵੀ ਉੱਤੇ ਜ਼ੁਲਮ ਕਰੇ, ਕੋਈ ਖਾਮਦ ਆਪਣੀ ਬੀਵੀ ਉੱਤੇ ਤਸ਼ੱਦਦ ਕਰੇ, ਕੋਈ ਖਾਮਦ ਆਪਣੀ ਬੀਵੀ ਨੂੰ ਨਾ ਚੀਜ਼ ਜਾਣੇ, ਕੋਈ ਖਾਮਦ ਆਪਣੀ ਬੀਵੀ ਨੂੰ ਹਕੀਰ ਜਾਣੇ, ਕੋਈ ਖਾਮਦ ਆਪਣੀ ਬੀਵੀ ਦੀ ਤੌਹੀਨ ਕਰੇ, ਕੋਈ ਖਾਮਦ ਆਪਣੀ ਬੀਵੀ ਦੀ ਬੇਇੱਜ਼ਤੀ ਕਰੇ, ਕੋਈ ਖਾਮਦ ਆਪਣੀ ਬੀਵੀ ਦੀ ਲਾਫਾ ਕਰੇ, ਕੋਈ ਖਾਮਦ ਆਪਣੀ ਬੀਵੀ ਦੀ ਝਾੜ ਝੰਬ ਕਰੇ, ਕੋਈ ਖਾਮਦ ਆਪਣੀ ਬੀਵੀ ਨੂੰ ਧੌਲ ਧੱਫਾ ਕਰੇ ਅਤੇ ਕੋਈ ਖਾਮਦ ਆਪਣੀ ਬੀਵੀ ਨੂੰ ਮਾਰੇ ਕੁੱਟੇ। ਪਰ ਜਿਵੇਂ ਮੈਂ ਪਹਿਲੋਂ ਦੱਸ ਚੁੱਕਿਆ ਹਾਂ ਭਈ ਸਾਡੇ ਮਰਦ ਪ੍ਰਸਤ ਸਮਾਜ ਵਿੱਚ ਮਰਦ ਬਹੁਤੀ ਵਾਰੀ ਆਪਣੀ ਬੀਵੀ ਨਾਲ ਘਟੀਆ ਸਲੂਕ ਕਰਨਾ, ਕੋਝਾ ਸਲੂਕ ਕਰਨਾ, ਗੰਦਾ ਸਲੂਕ ਕਰਨਾ, ਗਲੀਜ਼ ਸਲੂਕ ਕਰਨਾ, ਗੈਰ ਮਿਆਰੀ ਸਲੂਕ ਕਰਨਾ ਅਤੇ ਮਕਰੂਹ ਸਲੂਕ ਕਰਨਾ ਆਪਣਾ ਹੱਕ ਸਮਝਦਾ ਹੈ, ਜਿਹਦੇ ਸਬਬੋਂ ਇਸ ਜਹਾਨ ਵਿੱਚ ਵਸਣ ਵਾਲੀਆਂ ਹਜ਼ਾਰਾਂ ਬੀਵੀਆਂ, ਲੱਖਾਂ ਬੀਵੀਆਂ, ਸਗੋਂ ਕਰੋੜਾਂ ਬੀਵੀਆਂ ਹਰ ਰੋਜ਼ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਨੇ, ਤਸ਼ੱਦਦ ਦਾ ਸ਼ਿਕਾਰ ਹੁੰਦੀਆਂ ਨੇ, ਬੇਵਫਾਈ ਦਾ ਸ਼ਿਕਾਰ ਹੁੰਦੀਆਂ ਨੇ ਅਤੇ ਆਪਣੇ ਖਾਲਕ ਦੇ ਸਾਹਮਣੇ ਆਪਣੀ ਝੋਲੀ ਅੱਡ ਕੇ ਹਾਵਾਂ ਭਰਦੀਆਂ ਨੇ, ਹੌਂਕੇ ਭਰਦੀਆਂ ਨੇ, ਫਰਿਆਦ ਕਰਦੀਆਂ ਨੇ ਅਤੇ ਹਾੜੇ ਕਰਦੀਆਂ ਨੇ। ਇਸ ਹਕੀਕਤ ਨੂੰ ਪੂਰੇ ਤੌਰ ਤੇ ਸਮਝਣ ਵਾਸਤੇ ਆਓ ਅੱਜ ਦੀ ਤਮਸੀਲ ਸੁਣਦੇ ਹਾਂ। ਸਿਆਣੇ ਦੱਸਦੇ ਨੇ ਭਈ ਕਿਸੇ ਪਿੰਡ ਦੇ ਖਾਂਦੇ ਪੀਂਦੇ ਘਰਾਣੇ ਦੇ ਇੱਕ ਚਸ਼ਮੋ ਚਰਾਗ ਦੀ ਸ਼ਾਦੀ ਹੋਈ। ਉਸ ਨੌਜਵਾਨ ਨੇ ਆਪਣੀ ਨੌ ਵਿਆਹਤਾ ਬੀਵੀ ਨੂੰ ਸ਼ੁਰੂ ਵਿੱਚ ਹੀ ਇਹ ਗੱਲ ਦੱਸ ਦਿੱਤੀ ਅਤੇ ਆਖਿਆ ਭਈ ਕੰਨ ਖੋਲ ਕੇ ਸੁਣ ਲੈ, ਮੇਰਾ ਆਪਣੇ ਘਰ ਘਰਾਣੇ ਵਿੱਚ, ਮੇਰਾ ਆਪਣੇ ਵਿਹੜੇ ਮੁਹੱਲੇ ਵਿੱਚ, ਮੇਰਾ ਆਪਣਿਆਂ ਅੰਗਾਂ ਸਾਕਾਂ ਵਿੱਚ ਅਤੇ ਮੇਰਾ ਆਪਣਿਆਂ ਸੰਗੀਆਂ ਬੇਲੀਆਂ ਵਿੱਚ ਇੱਕ ਨਾਂ ਏ, ਇੱਕ ਵਕਾਰ ਏ, ਇੱਕ ਰੋਬ ਏ, ਇੱਕ ਦਬਦਬਾ ਏ ਅਤੇ ਇੱਕ ਟੌਰ ਏ। ਮੈਂ ਚਾਹੁੰਦਾ ਹਾਂ ਭਈ ਜਦੋਂ ਕਿਧਰੇ ਮੈਂ ਆਪਣਿਆਂ ਭੈਣਾਂ ਭਰਾਵਾਂ ਵਿੱਚ, ਆਪਣਿਆਂ ਅੰਗਾਂ ਸਾਕਾਂ ਵਿੱਚ, ਆਪਣਿਆਂ ਅਜ਼ੀਜ਼ਾਂ ਰਿਸ਼ਤੇਦਾਰਾਂ ਵਿੱਚ ਜਾਂ ਆਪਣਿਆਂ ਸੰਗੀਆਂ ਬੇਲੀਆਂ ਵਿੱਚ ਬੈਠਾ ਹੋਵਾਂ ਤਾਂ ਤੂੰ ਮੇਰੇ ਬਰਾਬਰ ਨਹੀਂ ਬਹਿਣਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਾ ਹੋਵੇਗਾ। ਉਸ ਹੱਥ ਜੋੜ ਕੇ ਆਖਿਆ ਭਈ ਸਰਤਾਜ, ਜਿਵੇਂ ਤੁਹਾਡਾ ਹੁਕਮ ਹੈ ਮੈਂ ਉਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੀ। ਮੈਂ ਤੁਹਾਡੀ ਗੋਲੀ ਅਤੇ ਤੁਸੀਂ ਮੇਰੇ ਆਕਾ। ਲਓ ਜੀ, ਦਿਹਾੜੇ ਲੰਘਦੇ ਰਹੇ। ਉਹ ਕਰਮਾਂ ਵਾਲੀ ਆਪਣੇ ਖਾਮਨ ਦੇ ਇਸ਼ਾਰਿਆਂ ਮੁਤਾਬਕ ਕਠਪੁਤਲੀ ਵਾਂਗੂ ਨੱਚਦੀ, ਜਿਵੇਂ ਉਹ ਆਖਦਾ ਉਹ ਕਰਦੀ, ਜਿਵੇਂ ਉਹ ਆਖਦਾ ਉਹ ਖਲੋਂਦੀ, ਜਿਵੇਂ ਉਹ ਆਖਦਾ ਉਹ ਬਹਿੰਦੀ, ਜਿਵੇਂ ਉਹ ਆਖਦਾ ਉਹ ਸੌਂਦੀ, ਜਿਵੇਂ ਉਹ ਆਖਦਾ
ਉਹ ਜਾਗਦੀ, ਜਿਵੇਂ ਉਹ ਆਖਦਾ ਉਹ ਖਾਂਦੀ, ਜਿਵੇਂ ਉਹ ਆਖਦਾ ਉਹ ਪਾਉਂਦੀ, ਜਿਵੇਂ ਉਹ ਆਖਦਾ ਉਹ ਹੰਡਾਉਂਦੀ, ਜਿਵੇਂ ਉਹ ਆਖਦਾ ਉਹ ਆਉਂਦੀ, ਜਿਵੇਂ ਉਹ ਆਖਦਾ ਉਹ ਜਾਂਦੀ, ਜਿਵੇਂ ਉਹ ਆਖਦਾ ਉਹ ਪਰੋਂਦੀ, ਅਤੇ ਜਿਵੇਂ ਉਹ ਆਖਦਾ ਉਹ ਸੀਂਦੀ। ਇੱਕ ਦਿਨ ਇੰਜ ਹੋਇਆ ਭਈ ਜਦੋਂ ਉਹ ਮਰਦ ਆਪਣੇ ਘਰ ਵਿੱਚ ਆਪਣੀਆਂ ਭੈਣਾਂ ਭਰਾਵਾਂ ਦੇ ਦਰਮਿਆਨ ਵੱਡੇ ਮੰਜੇ ਉੱਤੇ ਬੈਠਾ ਹੋਇਆ ਸੀ, ਉਸ ਆਪਣੀ ਬੀਵੀ ਨੂੰ ਸਾਹਮਣੇ ਖਲੋਤਿਆਂ ਹੋਇਆਂ ਵੇਖ ਕੇ ਆਖਿਆ ਭਈ ਆਜਾ ਬਹਿ ਜਾ। ਉਹਨੇ ਕੋਲ ਡੱਠੀ ਹੋਈ ਇੱਕ ਨਿੱਕੀ ਜਿਹੀ ਮੰਜੀ ਤੇ ਬਹਿੰਦਿਆਂ ਹੋਇਆਂ ਆਖਿਆ ਭਈ ਲਓ ਜਨਾਬ, ਜਿਵੇਂ ਤੁਹਾਡਾ ਹੁਕਮ ਹੈ, ਤੁਹਾਡਾ ਆਖਣਾ ਅਤੇ ਗੋਲੀ ਦਾ ਮੰਨਣਾ, ਨੌਕਰ ਕੀ ਅਤੇ ਨਖਰਾ ਕੀ। ਉਸ ਮਰਦ ਨੇ ਆਪਣਿਆਂ ਭੈਣਾਂ ਭਰਾਵਾਂ ਨੂੰ ਇਹ ਗੱਲ ਵਿਖਾਉਣ ਦੀ ਗਰਜ਼ ਨਾਲ ਭਈ ਉਹਦੀ ਬੀਵੀ ਉੱਤੇ ਉਹਦਾ ਕਿੰਨਾ ਟੌਰ ਟੱਪਾ ਏ ਅਤੇ ਉਹਦੀ ਬੀਵੀ ਉੱਤੇ ਉਹਦਾ ਕਿੰਨਾ ਰੋਬ ਦਬਦਬਾ ਏ, ਉਸ ਹੱਸ ਕੇ ਆਖਿਆ ਭਈ ਇੱਧਰ ਮੇਰੇ ਕੋਲ ਵੱਡੇ ਮੰਜੇ ਉੱਤੇ ਬਹਿ। ਉਹਨੇ ਜਵਾਬ ਵਿੱਚ ਆਖਿਆ ਸਰਤਾਜ, ਮੈਂ ਇਸ ਲਾਇਕ ਨਹੀਂ ਭਈ ਮੈਂ ਤੁਹਾਡੇ ਬਰਾਬਰ ਹੋ ਕੇ ਵੱਡੇ ਮੰਜੇ ਉੱਤੇ ਬਹਿ ਸਕਾਂ। ਇੰਨੀ ਗੱਲ ਸੁਣ ਕੇ ਉਸ ਮਰਦ ਨੇ ਆਪਣੀਆਂ ਮੁੱਛਾਂ ਨੂੰ ਵੱਟ ਚਾੜਿਆ ਅਤੇ ਨਾਲੇ ਇੱਕ ਲੰਮਾ ਜਿਹਾ ਕਹਿ ਕਹਾ ਲਾਉਂਦਿਆਂ ਹੋਇਆਂ ਆਖਿਆ ਵਾਹ ਭਾਈ ਵਾਹ। 2-4 ਪਲ ਦੇ ਵਕਫੇ ਤੋਂ ਬਾਅਦ ਉਹ ਫਿਰ ਇੱਕ ਵਾਰੀ ਆਪਣੀ ਬੀਵੀ ਨਾਲ ਮੁਖਾਤਬ ਹੋਇਆ ਅਤੇ ਆਖਣ ਲੱਗਾ ਭਈ ਜੇ ਮੈਂ ਉੱਠ ਕੇ ਨਿੱਕੀ ਮੰਜੀ ਉੱਤੇ ਬਹਿ ਜਾਵਾਂ ਤਾਂ ਤੂੰ ਕਿੱਥੇ ਬਵੇਂਗੀ। ਉਸ ਆਖਿਆ ਸਰਤਾਜ, ਮੈਂ ਉੱਠ ਕੇ ਪੀੜੀ ਉੱਤੇ ਹੋ ਜਾਵਾਂਗੀ। ਉਹਨੇ ਆਖਿਆ ਪਰ ਜੇ ਮੈਂ ਪੀੜੀ ਉੱਤੇ ਬਹਿ ਜਾਵਾਂ ਤਾਂ। ਬੀਵੀ ਨੇ ਬੜੀ ਆਜਜ਼ੀ ਅਤੇ ਹਲੀਮੀ ਨਾਲ ਜਵਾਬ ਦਿੱਤਾ ਭਈ ਸਰਤਾਜ, ਮੈਂ ਉੱਠ ਕੇ ਫਿਰ ਨੀਵੇਂ ਮੂੜੇ ਉੱਤੇ ਹੋ ਜਾਵਾਂਗੀ, ਕਿਉਂ ਜੇ ਮੈਂ ਕਿਸੇ ਵੀ ਸੂਰਤ ਵਿੱਚ ਤੁਹਾਡੇ ਬਰਾਬਰ ਤਾਂ ਨਹੀਂ ਨਾ ਬਹਿ ਸਕਦੀ। ਉਸ ਆਖਿਆ ਵਾਹ ਬਈ ਵਾਹ, ਪਰ ਜੇ ਮੈਂ ਨੀਵੇਂ ਮੂੜੇ ਉੱਤੇ ਬਹਿ ਜਾਵਾਂ ਤਾਂ। ਬੀਵੀ ਨੇ ਬੜੀ ਧੀਮੀ ਆਵਾਜ਼ ਵਿੱਚ ਜਵਾਬ ਦਿੱਤਾ ਭਈ ਸਰਤਾਜ, ਮੈਂ ਉੱਠ ਕੇ ਨਿੱਕੀ ਚੌਂਕੀ ਉੱਤੇ ਬਹਿ ਜਾਵਾਂਗੀ। ਉਸ ਆਖਿਆ ਵਾਹ ਬਈ ਵਾਹ, ਪਰ ਜੇ ਮੈਂ ਨਿੱਕੀ ਚੌਂਕੀ ਉੱਤੇ ਬਹਿ ਜਾਵਾਂ ਤਾਂ। ਬੀਵੀ ਨੇ ਬੜੀ ਆਜਜ਼ੀ ਅਤੇ ਇਨਕਸਾਰੀ ਨਾਲ ਜਵਾਬ ਦਿੰਦਿਆਂ ਹੋਇਆਂ ਆਖਿਆ ਭਈ ਸਰਤਾਜ, ਤਾਂ ਮੈਂ ਜ਼ਮੀਨ ਉੱਤੇ ਬਹਿ ਜਾਵਾਂਗੀ। ਉਸ ਆਖਿਆ ਬਈ ਜੇ ਮੈਂ ਜ਼ਮੀਨ ਉੱਤੇ ਬਹਿ ਜਾਵਾਂ ਤਾਂ। ਬੀਵੀ ਨੇ ਹੱਥ ਜੋੜਦਿਆਂ ਹੋਇਆਂ ਆਖਿਆ ਸਰਤਾਜ, ਤਾਂ ਮੈਂ ਜ਼ਮੀਨ ਵਿੱਚ ਟੋਇਆ ਕੱਢ ਕੇ ਬਹਿ ਜਾਵਾਂਗੀ, ਕਿਉਂ ਜੇ ਮੈਂ ਕਿਸੇ ਵੀ ਸੂਰਤ ਵਿੱਚ ਤੁਹਾਡੇ ਬਰਾਬਰ ਤਾਂ ਨਹੀਂ ਨਾ ਬਹਿ ਸਕਦੀ। ਉਸ ਮਰਦ ਨੇ ਇੱਕ ਲੰਮਾ ਜਿਹਾ ਕਹਿ ਕਹਾ ਲਾਇਆ ਅਤੇ ਦੋਵਾਂ ਮੁੱਛਾਂ ਨੂੰ ਵੱਟ ਚੜਾਉਂਦਿਆਂ ਹੋਇਆਂ ਆਖਿਆ ਅੱਛਾ, ਤੂੰ ਟੋਇਆ ਕੱਢ ਕੇ ਬਹਿ ਜਾਵੇਂਗੀ ਤਾਂ ਸੁਣ, ਮੈਂ ਉੱਤੇ ਮਿੱਟੀ ਪਾ ਦੇਵਾਂਗਾ। ਉਸ ਮਰਦ ਦੀ ਦਾਦੀ ਕੋਲੋਂ ਬੋਲੀ, ਅੱਖ ਲੱਗੀ ਭਈ ਤੇਰੀ ਬੀਵੀ ਕਿੰਨੀ ਚੰਗੀ ਏ। ਉਹਨੇ ਫੁੰਗੜ ਦੇ ਨਾਲ ਜਵਾਬ ਦਿੰਦਿਆਂ ਹੋਇਆਂ ਆਖਿਆ ਭਈ ਦਾਦੀ, ਇਹ ਇੰਨੀ ਚੰਗੀ ਏ, ਇਹ ਇੰਨੀ ਚੰਗੀ ਏ, ਮੇਰਾ ਜੀ ਕਰਦਾ ਏ ਇਹੋ ਜਿਹੀਆਂ 3-4 ਹੋਰ ਹੋਣ। ਅਤੇ ਇੰਨੀ ਗੱਲ ਆਖ ਕੇ ਉਹ ਜੁੱਤੀ ਪਾ ਕੇ ਬਾਹਰ ਨੂੰ ਟੁਰ ਪਿਆ। ਭੈਣੋ ਤੇ ਭਰਾਓ, ਬਿਲਕੁਲ ਇਸੇ ਤਰੀਕੇ ਨਾਲ ਸਾਡੇ ਇਸ ਮਰਦ ਪ੍ਰਸਤ ਸਮਾਜ ਵਿੱਚ ਔਰਤ ਬਤੌਰ ਬੀਵੀ ਹਰ ਘੜੀ, ਹਰ ਲਮਹਾ ਅਤੇ ਹਰ ਪਲ ਮਾਰੋ ਮਾਰ ਤੜਫਣ ਡਈ ਏ, ਮਾਰੋ ਮਾਰ ਰੋਣ ਡਈ ਏ, ਮਾਰੋ ਮਾਰ ਕੁਰਲਾਉਣ ਡਈ ਏ ਅਤੇ ਮਾਰੋ ਮਾਰ ਪਿਸਣ ਡਈ ਏ। ਕਿਉਂ ਜੇ ਸਾਡਾ ਇਹ ਮਰਦ ਪ੍ਰਸਤ ਸਮਾਜ ਔਰਤ ਨੂੰ ਬਤੌਰ ਬੀਵੀ ਕਦੀ ਘਰ ਦੀ ਗੋਲੀ ਆਖਦਾ ਏ, ਕਦੀ ਘਰ ਦੀ ਲੌਂਡੀ ਆਖਦਾ ਏ,
ਕਦੀ ਘਰ ਦੀ ਨੌਕਰਾਨੀ ਆਖਦਾ ਏ ਅਤੇ ਕਦੀ ਪੈਰਾਂ ਦੀ ਜੁੱਤੀ ਆਖਦਾ ਏ। ਪਰ ਯਾਦ ਰੱਖੋ, ਰਾਸਤਬਾਜ਼ਾਂ ਅਤੇ ਈਮਾਨਦਾਰਾਂ ਨੂੰ ਆਪਣੀ ਆਪਣੀ ਬੀਵੀ ਨਾਲ ਕੋਝਾ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ, ਮਾੜਾ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ, ਘਟੀਆ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ, ਗਲੀਜ਼ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ, ਗੈਰ ਮਿਆਰੀ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ ਅਤੇ ਮਕਰੂਹ ਸਲੂਕ ਕਰਨ ਦੀ ਕਤਈ ਇਜਾਜ਼ਤ ਨਹੀਂ। ਜਿਨਨੇ ਖੁਦਾਵੰਦ ਯਿਸੂ ਮਸੀਹ ਉੱਤੇ ਈਮਾਨ ਲਿਆ ਕੇ ਪਾਕ ਰੂਹ ਦੀ ਕੁਦਰਤ ਦੇ ਨਾਲ ਨਵੇਂ ਸਿਰਿਓਂ ਪੈਦਾ ਹੋ ਚੁੱਕੇ ਨੇ ਅਤੇ ਕਾਦਰੇ ਮੁਤਲਕ ਦਿਆਂ ਪੁੱਤਰਾਂ ਧੀਆਂ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਇਸ ਗੱਲ ਦੇ ਖਾਸ਼ਮੰਦ ਨੇ, ਇਸ ਗੱਲ ਦੇ ਆਰਜ਼ੂਮੰਦ ਨੇ ਅਤੇ ਇਸ ਗੱਲ ਦੇ ਮੁਤਮੰਨੀ ਨੇ ਭਈ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ ਦੀ ਕਚਹਿਰੀ ਵਿੱਚੋਂ ਹਮੇਸ਼ਾ ਦੀ ਹਯਾਤੀ ਦਾ ਤਾਜ ਮਿਲੇ ਅਤੇ ਉਹ ਕਾਦਰੇ ਮੁਤਲਕ ਦੇ ਨਾਲ, ਉਹਦੇ ਪੁੱਤਰ ਦੇ ਨਾਲ, ਉਹਦਿਆਂ ਫਰਿਸ਼ਤਿਆਂ ਦੇ ਨਾਲ, ਉਹਦਿਆਂ ਪੈਗੰਬਰਾਂ ਦੇ ਨਾਲ, ਉਹਦਿਆਂ ਨਬੀਆਂ ਦੇ ਨਾਲ, ਉਹਦਿਆਂ ਰਸੂਲਾਂ ਦੇ ਨਾਲ, ਉਹਦਿਆਂ ਮੁਕੱਦਸਾਂ ਦੇ ਨਾਲ ਅਤੇ ਉਹਦਿਆਂ ਰਾਸਤਬਾਜ਼ਾਂ ਦੇ ਨਾਲ ਉਹਦੀ ਕਾਮਲੀਅਤ ਵਿੱਚ, ਉਹਦੀ ਅਬਦੀਅਤ ਵਿੱਚ ਯਾਨੀ ਉਹਦੀ ਹਮੇਸ਼ਗੀ ਵਿੱਚ ਦਾਖਲ ਹੋਣ ਦੇ ਲਾਇਕ ਠਹਿਰਣ। ਉਹਨਾਂ ਵਿੱਚੋਂ ਇੱਕ ਇੱਕ ਦੇ ਬਾਰੇ ਵਿੱਚ ਉਸ ਕਦੂਸ ਅਤੇ ਬਰਹਕ ਦੀ ਇਹ ਪਾਕ ਮਰਜ਼ੀ ਹੈ ਭਈ ਉਹ ਆਪਣੀ ਆਪਣੀ ਬੀਵੀ ਨਾਲ ਕਿਸੇ ਵੀ ਸੂਰਤ ਵਿੱਚ ਬੇਵਫਾਈ ਨਾ ਕਰਨ, ਆਪਣੀ ਆਪਣੀ ਬੀਵੀ ਉੱਤੇ ਕਿਸੇ ਵੀ ਸੂਰਤ ਵਿੱਚ ਜ਼ੁਲਮ ਨਾ ਕਰਨ, ਆਪਣੀ ਆਪਣੀ ਬੀਵੀ ਦੀ ਕਿਸੇ ਵੀ ਸੂਰਤ ਵਿੱਚ ਬੇਇੱਜ਼ਤੀ ਨਾ ਕਰਨ, ਆਪਣੀ ਆਪਣੀ ਬੀਵੀ ਦੀ ਕਿਸੇ ਵੀ ਸੂਰਤ ਵਿੱਚ ਲਾਫਾ ਨਾ ਕਰਨ, ਆਪਣੀ ਆਪਣੀ ਬੀਵੀ ਦੀ ਕਿਸੇ ਵੀ ਸੂਰਤ ਵਿੱਚ ਝਾੜ ਝੰਬ ਨਾ ਕਰਨ ਅਤੇ ਆਪਣੀ ਆਪਣੀ ਬੀਵੀ ਨੂੰ ਕਿਸੇ ਵੀ ਸੂਰਤ ਵਿੱਚ ਧੌਲ ਧੱਫਾ ਨਾ ਕਰਨ। ਕਿਉਂ ਜੇ ਉਸ ਕਦੂਸ ਅਤੇ ਬਰਹਕ ਖੁਦਾ ਨੇ ਉਹਨਾਂ ਦੋਵਾਂ ਨੂੰ ਇੱਕ ਬਦਨ ਕਰਾਰ ਦਿੱਤਾ ਹੈ ਅਤੇ ਜਿਹੜਾ ਕੋਈ ਆਪਣੇ ਬਦਨ ਉੱਤੇ ਘੱਟਾ ਪਾਉਂਦਾ ਹੈ, ਆਪਣੇ ਬਦਨ ਉੱਤੇ ਸਵਾਹ ਪਾਉਂਦਾ ਹੈ, ਆਪਣੇ ਬਦਨ ਉੱਤੇ ਮਿੱਟੀ ਪਾਉਂਦਾ ਹੈ, ਆਪਣੇ ਬਦਨ ਉੱਤੇ ਧੂੜ ਪਾਉਂਦਾ ਹੈ ਅਤੇ ਆਪਣੇ ਬਦਨ ਉੱਤੇ ਚਿੱਕੜ ਪਾਉਂਦਾ ਹੈ, ਉਹ ਕਾਦਰੇ ਮੁਤਲਕ ਦੇ ਹਜ਼ੂਰ ਵਿੱਚ ਕਾਬਲੇ ਕਬੂਲ ਨਹੀਂ ਹੋ ਸਕਦਾ। ਉਹ ਕਾਦਰੇ ਮੁਤਲਕ ਦੇ ਹਜ਼ੂਰ ਵਿੱਚ ਮਨਜ਼ੂਰੋ ਮਕਬੂਲ ਨਹੀਂ ਹੋ ਸਕਦਾ। ਅਤੇ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਭਈ ਉਹ ਕਦੂਸ ਨੰਗੇ ਚਿੱਟੇ ਅੱਖਰਾਂ ਵਿੱਚ ਫਰਮਾਉਂਦਾ ਹੈ ਭਈ ਮੈਂ ਤਲਾਕ ਤੋਂ ਡਾਢਾ ਬੇਜ਼ਾਰ ਹਾਂ, ਮੈਂ ਤਲਾਕ ਤੋਂ ਡਾਢਾ ਆਵਾਜ਼ਾਰ ਹਾਂ ਅਤੇ ਉਸ ਬੰਦੇ ਤੋਂ ਵੀ ਜਿਹੜਾ ਆਪਣੀ ਬੀਵੀ ਉੱਤੇ ਜ਼ੁਲਮ ਕਰਦਾ ਹੈ ਭਈ ਖਬਰਦਾਰ ਕੋਈ ਆਪਣੀ ਜਵਾਨੀ ਦੀ ਬੀਵੀ ਨਾਲ ਬੇਵਫਾਈ ਨਾ ਕਰੇ। ਹੁਣ ਬੇਵਫਾਈ ਤੋਂ ਕੀ ਮੁਰਾਦ ਹੈ? ਬੇਵਫਾਈ ਤੋਂ ਮੁਰਾਦ ਹੈ ਭਈ ਕੋਈ ਮਰਦ ਆਪਣੀ ਬੀਵੀ ਦੇ ਹੁੰਦਿਆਂ ਹੋਇਆਂ ਕਿਸੇ ਦੂਜੀ ਔਰਤ ਵੱਲ ਵੇਖੇ, ਕਿਸੇ ਗੈਰ ਔਰਤ ਦੀ ਤਮੰਨਾ ਕਰੇ, ਕਿਸੇ ਗੈਰ ਔਰਤ ਦੀ ਖਾਹਿਸ਼ ਕਰੇ ਅਤੇ ਕਿਸੇ ਗੈਰ ਔਰਤ ਦੀ ਆਰਜ਼ੂ ਕਰੇ। ਮਤੀ ਰਸੂਲ ਦੀ ਮਾਰਫਤ ਖੁਦਾਵੰਦ ਯਿਸੂ ਮਸੀਹ ਦੀ ਉੱਚੀ ਸੁੱਚੀ ਅਤੇ ਸੱਚੀ ਅੰਜੀਲ ਦੇ 19ਵੇਂ ਬਾਬ ਦੀ 3 ਆਇਤ ਤੋਂ ਲੈ ਕੇ 9ਵੀਂ ਆਇਤ ਤੀਕ ਦੇ ਹਵਾਲੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਅਤੇ ਫਰੀਸੀ ਖੁਦਾਵੰਦ ਯਿਸੂ ਮਸੀਹ ਨੂੰ ਆਜ਼ਮਾਉਣ ਵਾਸਤੇ ਆਪ ਦੇ ਕੋਲ ਆਏ ਅਤੇ ਆਖਣ ਲੱਗੇ ਭਈ ਕੀ ਕਿਸੇ ਵੀ ਸਬਬੋਂ ਆਪਣੀ ਬੀਵੀ ਨੂੰ ਛੱਡਿਆ ਜਾ ਸਕਦਾ ਹੈ? ਆਪ ਨੇ ਉਹਨਾਂ ਨੂੰ ਜਵਾਬ ਦਿੱਤਾ ਭਈ ਕੀ ਤੁਸੀਂ ਪੜਿਆ ਨਹੀਂ ਭਈ ਜਿਨਨੇ ਉਹਨਾਂ ਨੂੰ ਪੈਦਾ ਕੀਤਾ ਸੀ ਉਹਨੇ ਸ਼ੁਰੂ ਵਿੱਚ ਹੀ ਉਹਨਾਂ ਨੂੰ ਮਰਦ ਅਤੇ ਔਰਤ ਬਣਾ ਕੇ ਆਖਿਆ ਸੀ ਭਈ ਮਰਦ ਆਪਣੇ ਪਿਓ ਤੋਂ ਅਤੇ ਆਪਣੀ ਮਾਂ ਤੋਂ ਵੱਖਰਾ ਹੋ ਕੇ
ਆਪਣੀ ਬੀਵੀ ਦੇ ਨਾਲ ਰਵੇਗਾ ਅਤੇ ਉਹ ਇੱਕ ਬਦਨ ਹੋਣਗੇ। ਹੁਣ ਉਹ ਦੋ ਨਹੀਂ ਸਗੋਂ ਇੱਕ ਬਦਨ ਨੇ। ਜਿਨ੍ਹਾਂ ਨੂੰ ਖੁਦਾ ਨੇ ਜੋੜਿਆ ਏ ਉਹਨਾਂ ਨੂੰ ਇਨਸਾਨ ਵੱਖਰਿਆਂ ਨਾ ਕਰੇ। ਉਹਨਾਂ ਨੇ ਖੁਦਾਵੰਦ ਯਿਸੂ ਮਸੀਹ ਨੂੰ ਆਖਿਆ ਭਈ ਫੇਰ ਮੂਸਾ ਨੇ ਕਿਉਂ ਆਖਿਆ ਏ ਭਈ ਆਪਣੀ ਬੀਵੀ ਨੂੰ ਤਲਾਕਨਾਮਾ ਦੇ ਕੇ ਛੱਡਿਆ ਜਾ ਸਕਦਾ ਏ। ਆਪ ਨੇ ਉਹਨਾਂ ਨੂੰ ਜਵਾਬ ਦਿੱਤਾ ਭਈ ਮੂਸਾ ਨੇ ਤੁਹਾਡੀ ਪੱਥਰ ਦਿਲੀ ਸਬਬੋਂ ਤੁਹਾਨੂੰ ਤੁਹਾਡੀਆਂ ਬੀਵੀਆਂ ਨੂੰ ਤਲਾਕ ਦੇਣ ਦੀ ਇਜਾਜ਼ਤ ਦਿੱਤੀ ਸੀ, ਪਰ ਸ਼ੁਰੂ ਵਿੱਚ ਇੰਜ ਨਹੀਂ ਸੀ। ਅਤੇ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਹੜਾ ਕੋਈ ਆਪਣੀ ਬੀਵੀ ਨੂੰ ਹਰਾਮਕਾਰੀ ਦੇ ਸਬਬ ਤੋਂ ਇਲਾਵਾ ਕਿਸੇ ਹੋਰ ਸਬਬੋਂ ਛੱਡੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਜ਼ਨਾ ਕਰਦਾ ਏ। ਅਤੇ ਜਿਹੜਾ ਉਸ ਛੱਡੀ ਹੋਈ ਦੇ ਨਾਲ ਵਿਆਹ ਕਰੇ ਉਹ ਵੀ ਜ਼ਨਾ ਕਰਦਾ ਏ। ਜਿਵੇਂ ਮੈਂ ਦੱਸ ਚੁੱਕਿਆ ਹਾਂ ਭਈ ਮੱਤੀ ਰਸੂਲ ਦੀ ਮਾਰਫਤ ਖੁਦਾਵੰਦ ਯਿਸੂ ਮਸੀਹ ਦੀ ਸੱਚੀ ਸੁੱਚੀ ਅਤੇ ਉੱਚੀ ਅੰਜੀਲ ਦੇ 19ਵੇਂ ਬਾਬ ਦੀ 3 ਆਇਤ ਤੋਂ ਲੱਗ ਕੇ 9ਵੀਂ ਆਇਤ ਤੀਕ ਦਾ ਹਵਾਲਾ ਮੈਂ ਤੁਹਾਡੇ ਸਾਹਮਣੇ ਤਲਾਵਤ ਕੀਤਾ ਹੈ, ਜਿਹੜਾ ਸਾਨੂੰ ਦੱਸਦਾ ਹੈ ਭਈ ਇੱਕ ਨੇਕੋਕਾਰ ਮਰਦ ਨੂੰ, ਇੱਕ ਰਾਸਤਕਾਰ ਮਰਦ ਨੂੰ, ਇੱਕ ਈਮਾਨਦਾਰ ਮਰਦ ਨੂੰ, ਇੱਕ ਦੀਨਦਾਰ ਮਰਦ ਨੂੰ, ਇੱਕ ਪਰਹੇਜ਼ਗਾਰ ਮਰਦ ਨੂੰ, ਇੱਕ ਖੁਦਾ ਸ਼ਨਾਸ ਮਰਦ ਨੂੰ, ਇੱਕ ਖੁਦਾ ਪਰਸਤ ਮਰਦ ਨੂੰ, ਇੱਕ ਖੁਦਾ ਤਰਸ ਮਰਦ ਨੂੰ, ਇੱਕ ਪਾਕਬਾਜ਼ ਮਰਦ ਨੂੰ ਅਤੇ ਇੱਕ ਰਾਸਤਬਾਜ਼ ਮਰਦ ਨੂੰ ਆਪਣੀ ਬੀਵੀ ਨਾਲ ਬੇਵਫਾਈ ਕਰਨ ਦੀ ਇਜਾਜ਼ਤ ਨਹੀਂ। ਭਈ ਉਹ ਆਪਣੀ ਬੀਵੀ ਦੇ ਹੁੰਦਿਆਂ ਹੋਇਆਂ ਵੀ ਕਿਸੇ ਗੈਰ ਔਰਤ ਦੀ ਖਾਸ਼ ਕਰੇ ਅਤੇ ਕਿਸੇ ਗੈਰ ਔਰਤ ਦੀ ਤਮੰਨਾ ਕਰੇ। ਕਿਉਂ ਜੇ ਇੱਕ ਮਰਦ ਵਾਸਤੇ 2-4 ਬੀਵੀਆਂ ਦੀ ਲੋੜ ਹੁੰਦੀ ਤਾਂ ਕਾਦਰੇ ਮੁਤਲਕ ਆਦਮ ਵਾਸਤੇ ਜ਼ਰੂਰ 2-4 ਬੀਵੀਆਂ ਬਣਾਉਂਦਾ। ਨਹੀਂ ਭਾਈ, ਜੇ ਮੈਂ ਤੇ ਤੁਸੀਂ ਇਸ ਗੱਲ ਦੇ ਖਾਸ਼ਮੰਦ ਹਾਂ ਭਈ ਸਾਨੂੰ ਸਾਡਾ ਖਾਲਕ ਅੱਗ ਅਤੇ ਗੰਧਕ ਦੀ ਭੱਠੀ ਵਿੱਚ ਨਾ ਪਾਵੇ, ਸਾਨੂੰ ਸਾਡਾ ਖਾਲਕ ਅਬਦੀ ਬਹਿਸ਼ਤ ਵਿੱਚ ਥਾਂ ਦੇਵੇ, ਅਬਦੀ ਸਵਰਗ ਵਿੱਚ ਥਾਂ ਦੇਵੇ, ਅਬਦੀ ਫਿਰਦੌਸ ਵਿੱਚ ਥਾਂ ਦੇਵੇ, ਅਬਦੀ ਜਹਾਨ ਵਿੱਚ ਥਾਂ ਦੇਵੇ, ਅਬਦੀ ਦੁਨੀਆ ਵਿੱਚ ਥਾਂ ਦੇਵੇ, ਅਬਦੀ ਸ਼ਹਿਰ ਨਵੇਂ ਯਰੂਸ਼ਲਮ ਵਿੱਚ ਥਾਂ ਦੇਵੇ, ਤਾਂ ਸਾਨੂੰ ਚਾਹੀਦਾ ਹੈ ਭਈ ਬਤੌਰ ਖਾਵੰਦ ਆਪਣੀ ਬੀਵੀ ਨੂੰ ਆਪਣੀ ਜਾਨ ਵਾਂਗੂ ਜਾਣੀਏ, ਆਪਣੇ ਬਦਨ ਵਾਂਗੂ ਜਾਣੀਏ, ਆਪਣੇ ਵਜੂਦ ਵਾਂਗੂ ਜਾਣੀਏ ਅਤੇ ਆਪਣੀ ਜ਼ਾਤ ਵਾਂਗੂ ਜਾਣੀਏ। ਕਿਉਂ ਇਹ ਕਿਸੇ ਬੰਦੇ ਦਾ ਆਖਣਾ ਨਹੀਂ, ਸਗੋਂ ਜਿਨੇ ਮਰਦ ਨੂੰ ਅਤੇ ਔਰਤ ਨੂੰ ਬਣਾਇਆ ਸੀ ਇਹ ਉਹਦਾ ਆਖਣਾ ਹੈ ਭਈ ਮਰਦ ਅਤੇ ਔਰਤ ਦੋ ਬਦਨ ਨਹੀਂ ਸਗੋਂ ਇੱਕ ਬਦਨ ਹੈ ਅਤੇ ਆਪਣੇ ਬਦਨ ਨੂੰ ਦੁੱਖ ਦੇਣ ਵਾਲਾ ਨਾਦਾਨ ਹੈ, ਪਾਗਲ ਹੈ, ਝੱਲਾ ਹੈ ਅਤੇ ਕਮਲਾ ਹੈ ਅਤੇ ਨਾਦਾਨਾਂ ਨੂੰ, ਪਾਗਲਾਂ ਨੂੰ, ਕਮਲਿਆਂ ਨੂੰ ਅਤੇ ਝੱਲਿਆਂ ਨੂੰ ਉਹ ਕਦੂਸ ਅਤੇ ਬਰਹਕ ਆਪਣੀ ਬਹਿਸ਼ਤ ਵਿੱਚ ਕਿਉਂ ਵਾੜੇਗਾ, ਆਪਣੀ ਸਵਰਗ ਵਿੱਚ ਕਿਉਂ ਵਾੜੇਗਾ, ਆਪਣੇ ਫਿਰਦੌਸ ਵਿੱਚ ਕਿਉਂ ਵਾੜੇਗਾ। ਨਹੀਂ ਭਾਈ, ਸਾਨੂੰ ਆਪਣੀ ਬੀਵੀ ਨਾਲ ਉਸ ਅੜਬ ਅਤੇ ਬੰਡ ਬੰਦੇ ਵਾਂਗੂ ਸਲੂਕ ਨਹੀਂ ਕਰਨਾ ਚਾਹੀਦਾ ਜਿਹੜਾ ਆਪਣੀ ਬੀਵੀ ਨੂੰ ਆਪਣੇ ਬਰਾਬਰ ਬਹਿਣ ਦੀ ਇਜਾਜ਼ਤ ਨਹੀਂ ਸੀ ਦਿੰਦਾ। ਅਤੇ ਉਹ ਇੰਨੀ ਚੰਗੀ ਸੀ ਭਈ ਉਸ ਬੰਦੇ ਨੂੰ ਬੇਵਫਾਈ ਦਾ ਇੱਕ ਨਵਾਂ ਰਸਤਾ ਇਖਤਿਆਰ ਕਰਨਾ ਪਿਆ ਅਤੇ ਆਖਣਾ ਪਿਆ ਇਹ ਇੰਨੀ ਚੰਗੀ ਏ ਭਈ ਮੇਰਾ ਜੀ ਕਰਦਾ ਏ ਇਹੋ ਜਿਹੀਆਂ 2-4 ਹੋਣ। ਨਹੀਂ ਭਾਈ, ਜੇ ਅਸੀਂ ਇਸ ਗੱਲ ਦੇ ਖਾਸ਼ਮੰਦ ਹਾਂ, ਇਸ ਗੱਲ ਦੇ ਮੁਤਮੰਨੀ ਹਾਂ ਅਤੇ ਇਸ ਗੱਲ ਦੇ ਆਰਜ਼ੂਮੰਦ ਹਾਂ ਭਈ ਆਸਮਾਨੀ ਖੁਦਾ ਦੇ ਹਜ਼ੂਰ ਵਿੱਚੋਂ ਸਾਨੂੰ ਅਬਦੀਅਤ ਦਾ, ਕਾਮਲੀਅਤ ਦਾ
ਅਤੇ ਹਮੇਸ਼ਗੀ ਦਾ ਸਰਟੀਫਿਕੇਟ ਮਿਲੇ। ਸਾਨੂੰ ਆਪਣੀ ਆਪਣੀ ਬੀਵੀ ਨਾਲ ਪੂਰੇ ਖਲੂਸ ਨਾਲ ਪੇਸ਼ ਆਉਣਾ ਪਵੇਗਾ, ਪੂਰੀ ਮੁਹੱਬਤ ਨਾਲ ਪੇਸ਼ ਆਉਣਾ ਪਵੇਗਾ, ਪੂਰੇ ਪਿਆਰ ਨਾਲ ਪੇਸ਼ ਆਉਣਾ ਪਵੇਗਾ। ਇਸੇ ਸਬਬੋਂ ਤਾਂ ਮਰਦੇ ਖੁਦਾ ਪਲੂਸ ਰਸੂਲ ਨੇ ਇਫਸੀਓਂ ਦੀ ਕਲੀਸਿਆ ਦੇ ਨਾਂ ਲਿਖੇ ਹੋਏ ਆਪਣੇ ਪਾਕੀਜ਼ਾ ਖਤ ਦੇ 5ਵੇਂ ਬਾਬ ਦੀ 28ਵੀਂ ਆਇਤ ਵਿੱਚ ਇਸ ਤਰ੍ਹਾਂ ਫਰਮਾਇਆ ਸੀ, ਇਸੇ ਤਰ੍ਹਾਂ ਖਾਮਦਾਂ ਵਾਸਤੇ ਲਾਜ਼ਮ ਹੈ ਭਈ ਉਹ ਆਪਣੀਆਂ ਬੀਵੀਆਂ ਨਾਲ ਆਪਣੇ ਬਦਨ ਵਾਂਗੂ ਮੁਹੱਬਤ ਰੱਖਣ। ਜਿਹੜਾ ਕੋਈ ਆਪਣੀ ਬੀਵੀ ਨਾਲ ਮੁਹੱਬਤ ਰੱਖਦਾ ਹੈ ਉਹ ਹਕੀਕਤ ਵਿੱਚ ਆਪਣੇ ਨਾਲ ਮੁਹੱਬਤ ਰੱਖਦਾ ਹੈ। ਕਿਉਂ ਜੇ ਕਦੀ ਕਿਸੇ ਨੇ ਆਪਣੇ ਬਦਨ ਨਾਲ ਦੁਸ਼ਮਣੀ ਨਹੀਂ ਕੀਤੀ, ਸਗੋਂ ਹਰ ਕੋਈ ਆਪਣੇ ਬਦਨ ਨੂੰ ਪਾਲਦਾ ਹੈ ਅਤੇ ਉਹਦੀ ਪਰਵਰਿਸ਼ ਕਰਦਾ ਹੈ, ਜਿਵੇਂ ਮਸੀਹ ਕਲੀਸਿਆ ਨੂੰ ਪਾਲਦਾ ਹੈ ਅਤੇ ਉਹਦੀ ਪਰਵਰਿਸ਼ ਕਰਦਾ ਹੈ। ਕਿਉਂ ਜੇ ਅੰਜੀਲੇ ਮੁਕੱਦਸ ਤਾਂ ਇਥੋਂ ਤੀਕ ਆਖਦੀ ਏ ਭਈ ਇੱਕ ਰਾਸਤਬਾਜ਼ ਅਤੇ ਈਮਾਨਦਾਰ ਖਾਮਦ ਨੂੰ ਆਪਣੀ ਬੀਵੀ ਨਾਲ ਐਸੀ ਮੁਹੱਬਤ ਰੱਖਣੀ ਚਾਹੀਦੀ ਏ ਜੈਸੀ ਮਸੀਹ ਖੁਦਾਵੰਦ ਨੇ ਕਲੀਸਿਆ ਨਾਲ ਰੱਖੀ, ਯਾਨੀ ਉਹਨੇ ਆਪਣੀ ਕਲੀਸਿਆ ਵਾਸਤੇ ਆਪਣੀ ਜਾਨ ਮੌਤ ਦੇ ਹਵਾਲੇ ਕਰ ਦਿੱਤੀ। ਕਰਨਾ ਕੀ ਚਾਹੀਦਾ ਹੈ? ਕਰਨਾ ਇੰਜ ਚਾਹੀਦਾ ਹੈ ਭਈ ਇੱਕ ਰਾਸਤਬਾਜ਼ ਅਤੇ ਈਮਾਨਦਾਰ ਖਾਮਦ ਆਪਣੀ ਬੀਵੀ ਨਾਲ ਅਜਿਹੀ ਮੁਹੱਬਤ ਰੱਖੇ ਜਿਵੇਂ ਖੁਦਾਵੰਦ ਯਿਸੂ ਮਸੀਹ ਨੇ ਕਲੀਸਿਆ ਨਾਲ ਮੁਹੱਬਤ ਰੱਖੀ। ਇਹ ਗੱਲ ਮੈਂ ਨਹੀਂ ਆਖਦਾ, ਸਗੋਂ ਮੁਕੱਦਸ ਅੰਜੀਲ ਆਖਦੀ ਹੈ। ਜੇ ਤੁਸੀਂ ਕਾਦਰੇ ਮੁਤਲਕ ਦੇ ਨਾਲ ਉਹਦੀ ਅਬਦੀਅਤ ਵਿੱਚ ਦਾਖਲ ਹੋਣ ਦੇ ਖਾਸ਼ਮੰਦ ਹੋ, ਜੇ ਤੁਸੀਂ ਕਾਦਰੇ ਮੁਤਲਕ ਦੇ ਨਾਲ ਉਹਦੀ ਕਾਮਲੀਅਤ ਵਿੱਚ ਦਾਖਲ ਹੋਣ ਦੇ ਖਾਸ਼ਮੰਦ ਹੋ, ਅਤੇ ਜੇ ਤੁਸੀਂ ਕਾਦਰੇ ਮੁਤਲਕ ਦੇ ਨਾਲ ਉਹਦੀ ਹਮੇਸ਼ਗੀ ਵਿੱਚ ਦਾਖਲ ਹੋਣ ਦੇ ਖਾਸ਼ਮੰਦ ਹੋ, ਤਾਂ ਪਲੂਸ ਰਸੂਲ ਦੇ ਇਸ ਸੋਹਣੇ ਕੌਲ ਨੂੰ ਘੁੱਟ ਕੇ ਪੱਲੇ ਬੰਨ ਲਵੋ, ਜਿਹੜਾ ਉਹਨੇ ਇਫਸੀਓਂ ਦੀ ਕਲੀਸਿਆ ਦੇ ਨਾਂ ਲਿਖੇ ਹੋਏ ਆਪਣੇ ਪਾਕੀਜ਼ਾ ਖਤ ਦੇ 5ਵੇਂ ਬਾਬ ਦੀ 25ਵੀਂ ਆਇਤ ਵਿੱਚ ਇੰਜ ਫਰਮਾਇਆ ਸੀ, ਐ ਖਾਮਦੋ ਤੁਸੀਂ ਆਪਣੀਆਂ ਬੀਵੀਆਂ ਨਾਲ ਇੰਜ ਮੁਹੱਬਤ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਦੀ ਖਾਤਰ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ। ਇਹ ਮਿਆਰ ਏ ਇੱਕ ਰਾਸਤਬਾਜ਼ ਅਤੇ ਈਮਾਨਦਾਰ ਖਾਮਨ ਦੀ ਉਸ ਮੁਹੱਬਤ ਦਾ ਜਿਹੜੀ ਉਹਨੂੰ ਆਪਣੀ ਬੀਵੀ ਨਾਲ ਰੱਖਣੀ ਚਾਹੀਦੀ ਏ, ਤਾਂ ਜੋ ਉਹ ਆਸਮਾਨੀ ਬਾਪ ਦੇ ਹਜ਼ੂਰ ਵਿੱਚ ਮਨਜ਼ੂਰੋ ਮਕਬੂਲ ਠਹਿਰੇ ਅਤੇ ਉਹਦੇ ਨਾਲ ਅਬਦੀਅਤ, ਕਾਮਲੀਅਤ ਅਤੇ ਹਮੇਸ਼ਗੀ ਵਿੱਚ ਦਾਖਲ ਹੋਣ ਦੇ ਲਾਇਕ ਕਰਾਰ ਦਿੱਤਾ ਜਾਵੇ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਇਸ ਕਲਾਮ ਦੇ ਵਸੀਲੇ ਨਾਲ ਬਰਕਤ ਦੇਵੇ। ਆਮੀਨ।